प्यारे विद्यार्थियों, अज असीं पढ़ांगे पाठ नंबर 3 अखबार दा कमाल। भाव अखबार ਦਾ ਸਾਡੇ ਜੀਵਨ ਵਿੱਚ ਕੀ ਮਹੱਤਵ ਹੈ, ਕਿਸ ਤਰ੍ਹਾਂ ਉਹ ਸਾਡੀ ਜਾਣਕਾਰੀ ਦੇ ਵਿੱਚ ਵਾਧਾ ਕਰਦਾ ਹੈ, ਕਿਸ ਤਰ੍ਹਾਂ ਸਾਡੇ ਉਹ ਵਿਦਿਆਰਥੀ ਜੀਵਨ ਦੇ ਵਿੱਚ ਸਾਡੇ ਲਈ ਸਹਾਈ ਹੈ। ਜਿਸ ਤਰ੍ਹਾਂ ਇਸ ਪਾਠ ਦੇ ਵਿੱਚ ਦਿੱਤਾ ਗਿਆ ਹੈ, ਰਣਜੀਤ 7ਵੀਂ ਜਮਾਤ ਦਾ ਇੱਕ ਵਿਦਿਆਰਥੀ ਹੈ। ਉਹ ਪੜ੍ਹਾਈ ਦੇ ਵਿੱਚ ਬਹੁਤ ਹੁਸ਼ਿਆਰ ਹੈ ਅਤੇ ਬੜਾ ਹੀ ਆਗਿਆਕਾਰੀ ਵਿਦਿਆਰਥੀ ਹੈ। ਅਧਿਆਪਕ ਜਮਾਤ ਦੇ ਵਿੱਚ ਉਸ ਤੋਂ ਜਿਹੜਾ ਵੀ ਪ੍ਰਸ਼ਨ ਪੁੱਛਦੇ ਹਨ ਉਹ ਝੱਟ ਉਸ ਦਾ ਜਵਾਬ ਦੇ ਦਿੰਦਾ ਹੈ। ਉਹ ਸਿਰਫ ਕਿਤਾਬੀ ਗਿਆਨ ਹੀ ਨਹੀਂ ਰੱਖਦਾ, ਕਿਤਾਬਾਂ ਤੋਂ ਬਾਹਰਲਾ ਵੀ ਜੇ ਅਧਿਆਪਕ ਉਹ ਤੋਂ ਕੋਈ ਪ੍ਰਸ਼ਨ ਪੁੱਛਦੇ ਹਨ ਤਾਂ ਰਣਜੀਤ ਉਸ ਦਾ ਜਵਾਬ ਵੀ ਝਟਪਟ ਦੇ ਦਿੰਦਾ ਹੈ ਅਤੇ ਸਾਰੀ ਜਮਾਤ ਉਸ ਨੂੰ ਵੇਖ ਕੇ ਬੜੀ ਹੀ ਹੈਰਾਨ ਹੁੰਦੀ ਹੈ ਅਤੇ ਨਾਲ ਉਸ ਦੇ ਜਵਾਬ ਸੁਣ ਕੇ ਅਧਿਆਪਕ ਵੀ ਬੜੇ ਹੈਰਾਨ ਅਤੇ ਪਰੇਸ਼ਾਨ ਹੁੰਦੇ ਹਨ ਕਿ ਕਿਸ ਤਰ੍ਹਾਂ ਉਹ ਸਾਰੇ ਸਵਾਲਾਂ ਦੇ ਜਵਾਬ ਝਟਪਟ ਦੇ ਦਿੰਦਾ ਹੈ। ਅੱਜ ਫਿਰ ਅਧਿਆਪਕ ਜੀ ਨੇ ਜਮਾਤ ਦੇ ਵਿੱਚ ਜਦੋਂ ਆਉਣਾ ਸੀ ਤਾਂ ਉਹਨਾਂ ਨੇ ਆ ਕੇ ਵਿਦਿਆਰਥੀਆਂ ਨੂੰ ਕਿਹਾ ਕਿ ਅੱਜ ਕਿਤਾਬਾਂ ਬੰਦ ਕਰ ਦੇਵੋ, ਅਤੇ ਉਹ ਅੱਜ ਦੇਖਣਾ ਚਾਹੁੰਦੇ ਹਨ ਅਤੇ ਉਹਨਾਂ ਨੂੰ ਕਿਤਾਬਾਂ ਤੋਂ ਬਿਨਾਂ ਆਪਣੇ ਆਲੇ ਦੁਆਲੇ ਬਾਰੇ ਕਿੰਨੀ ਕੁ ਜਾਣਕਾਰੀ ਹੈ। ਤਾਂ ਸਾਰੇ ਵਿਦਿਆਰਥੀ ਕਿਤਾਬਾਂ ਬੰਦ ਕਰਦੇ ਹਨ, ਕਿਤਾਬਾਂ ਬੰਦ ਕਰ ਦਿੰਦੇ ਹਨ ਅਤੇ ਉਹਨਾਂ ਵਿੱਚੋਂ ਸਿਰਫ ਰਣਜੀਤ ਹੀ ਬੋਲਦਾ ਹੈ ਕਿ ਮੈਂ ਤਿਆਰ ਹਾਂ। ਬਾਕੀ ਵਿਦਿਆਰਥੀਆਂ ਦੀ ਕੋਈ ਆਵਾਜ਼ ਨਹੀਂ ਆਉਂਦੀ। ਤਾਂ ਅਧਿਆਪਕ ਜੀ ਪੁੱਛਦੇ ਹਨ ਕਿ ਭਾਰਤ ਦੇ 11ਵੇਂ ਰਾਸ਼ਟਰਪਤੀ ਕੌਣ ਹਨ। ਰਣਜੀਤ ਨੇ ਜਵਾਬ ਦਿੱਤਾ, ਡਾਕਟਰ APJ ਅਬਦੁਲ ਕਲਾਮ। ਤਾਂ ਅਧਿਆਪਕ ਜੀ ਪੁੱਛਦੇ ਹਨ ਕਿ ਬਾਕੀ ਵਿਦਿਆਰਥੀਆਂ ਨੂੰ ਇਸ ਦਾ ਜਵਾਬ ਨਹੀਂ ਆਉਂਦਾ, ਉਹ ਚੁੱਪ ਕਿਉਂ ਬੈਠੇ ਹਨ। ਤਾਂ ਕੋਈ ਵੀ ਵਿਦਿਆਰਥੀ ਨਹੀਂ ਬੋਲਿਆ। ਤਾਂ ਉਸ ਤੋਂ ਬਾਅਦ ਅਧਿਆਪਕ ਜੀ ਦੂਸਰਾ ਸਵਾਲ ਪੁੱਛਦੇ ਹਨ ਅਤੇ ਤੁਸੀਂ ਹੁਣ ਦੱਸੋ ਕਿ ਪੰਜਾਬ ਦੇ ਸਿੱਖਿਆ ਮੰਤਰੀ ਦਾ ਨਾਂ। ਤਾਂ ਰਣਜੀਤ ਹਜੇ ਜਵਾਬ ਦੇਣ ਹੀ ਲੱਗਦਾ ਹੈ ਤਾਂ ਅਧਿਆਪਕ ਜੀ ਉਸ ਨੂੰ ਰੋਕ ਦਿੰਦੇ ਹਨ। ਉਹ ਕਹਿੰਦੇ ਹਨ ਕਿ ਇਹ ਸਵਾਲ ਦਾ ਜਵਾਬ ਮੈਂ ਕਿਸੇ ਹੋਰ ਵਿਦਿਆਰਥੀ ਕੋਲੋਂ ਪੁੱਛਾਂਗਾ, ਤੂੰ ਇਸ ਦਾ ਜਵਾਬ ਨਹੀਂ ਦੇਵੇਂਗਾ। ਤਾਂ ਕੋਈ ਵੀ ਵਿਦਿਆਰਥੀ ਨਹੀਂ ਬੋਲਦਾ ਅਤੇ ਕੋਈ ਜਵਾਬ ਨਹੀਂ ਦੇ ਪਾਉਂਦਾ। ਤਾਂ ਅਧਿਆਪਕ ਕਹਿੰਦੇ ਹਨ ਤਾਂ ਕੱਲ੍ਹ ਤੁਸੀਂ ਇਸ ਬਾਰੇ ਘਰੋਂ ਪੜ੍ਹ ਕੇ ਆਓਗੇ ਅਤੇ ਮੈਂ ਕੱਲ੍ਹ ਇਸ ਦੇ ਬਾਰੇ ਪੁੱਛਾਂਗਾ ਅਤੇ ਹੁਣ ਤੁਸੀਂ ਆਪਣੀਆਂ ਕਿਤਾਬਾਂ ਖੋਲ੍ਹੋ। ਸਾਰੀ ਜਮਾਤ ਵਿੱਚ ਖਾਮੋਸ਼ੀ ਸੀ, ਭਾਵ ਸਾਰੇ ਚੁੱਪਚਾਪ ਬੈਠੇ ਸਨ, ਸ਼ਾਂਤ ਬੈਠੇ ਸਨ। ਅਧਿਆਪਕ ਨੇ ਪਾਠ ਪੜ੍ਹਾਇਆ। ਪਾਠ ਪੜ੍ਹਾਉਣ ਤੋਂ ਬਾਅਦ ਘਰ ਦਾ ਕੰਮ ਦੇ ਦਿੱਤਾ। ਅੱਧੀ ਛੁੱਟੀ ਦੀ ਘੰਟੀ ਵੱਜ ਜਾਂਦੀ ਹੈ ਅਤੇ ਸਾਰੇ ਵਿਦਿਆਰਥੀ ਆਪਣੇ ਬੱਸ 'ਤੇ ਲੈ ਕੇ ਬਾਹਰ ਵੱਲ ਨੂੰ ਚਲੇ ਜਾਂਦੇ ਹਨ। ਰਣਜੀਤ ਤੋਂ ਉਸ ਦਾ ਦੋਸਤ ਜੋ ਮਨਜੀਤ ਹੈ ਉਸ ਦੇ ਕੋਲ ਆ ਕੇ ਬੈਠ ਜਾਂਦਾ ਹੈ ਅਤੇ ਉਸ ਤੋਂ ਕੁਝ ਜਦੋਂ ਕਿ ਬਾਕੀ ਵਿਦਿਆਰਥੀ ਗਰਾਊਂਡ ਦੇ ਵਿੱਚ ਖੇਡ ਰਹੇ ਸਨ ਅਤੇ ਉਹ ਆਪਸ ਦੇ ਵਿੱਚ ਗੱਲਾਂ ਕਰ ਰਹੇ ਹਨ। ਮਨਜੀਤ ਰਣਜੀਤ ਤੋਂ ਪੁੱਛਦਾ ਹੈ ਕਿ ਉਸ ਨੂੰ ਇੰਨੀ ਜਾਣਕਾਰੀ ਕਿਵੇਂ ਹੈ। ਕਿਤਾਬਾਂ ਤੋਂ ਬਾਹਰਲੇ ਜੋ ਸਵਾਲ ਅਧਿਆਪਕ ਜੀ ਦੁਆਰਾ ਪੁੱਛੇ ਜਾਂਦੇ ਹਨ ਤਾਂ ਉਹਨਾਂ ਦੇ ਜਵਾਬ ਕਿਸ ਤਰ੍ਹਾਂ ਉਹ ਝਟਪਟ ਦੇ ਦਿੰਦਾ ਹੈ। ਤਾਂ ਰਣਜੀਤ ਹੱਸ ਕੇ ਕਹਿੰਦਾ ਹੈ ਕਿ ਇਸ ਵਿੱਚ ਕੋਈ ਵੱਡੀ ਗੱਲ ਨਹੀਂ, ਇਹ ਮੇਰੇ ਲਈ ਮਾਮੂਲੀ ਗੱਲ ਹੈ। ਤਾਂ ਮਨਜੀਤ ਕਹਿੰਦਾ ਹੈ ਕਿ ਉਸ ਲਈ ਇਹ ਮਾਮੂਲੀ ਗੱਲ ਹੋਵੇਗੀ ਪਰ ਸਾਡੇ ਲਈ ਤਾਂ ਇਹ ਬਹੁਤ ਹੈਰਾਨ ਕਰਨ ਵਾਲੀ ਗੱਲ ਹੈ। ਤਾਂ ਰਣਜੀਤ ਕਹਿੰਦਾ ਹੈ ਹੈਰਾਨ ਕਰਨ ਵਾਲੀ ਕੋਈ ਗੱਲ ਨਹੀਂ, ਮੈਂ ਆਪਣੇ ਕੋਰਸ ਦੀਆਂ ਕਿਤਾਬਾਂ, ਭਾਵ ਜੋ ਪਾਠਕ੍ਰਮ ਦੇ ਵਿੱਚ ਕਿਤਾਬਾਂ ਸ਼ਾਮਲ ਹਨ, ਮੈਂ ਉਸ ਤੋਂ ਇਲਾਵਾ ਵੀ ਬਹੁਤ ਸਾਰੀਆਂ ਗਿਆਨ ਵਧਾਉਣ ਵਾਲੀਆਂ ਕਿਤਾਬਾਂ ਪੜ੍ਹਦਾ ਹਾਂ ਅਤੇ ਨਾਲ ਮੈਂ ਅਖਬਾਰ ਵੀ ਪੜ੍ਹਦਾ ਹਾਂ। ਇਹ ਸਾਰਾ ਅਖਬਾਰ ਦਾ ਹੀ ਕਮਾਲ ਹੈ। ਇਹ ਗੱਲ ਸੁਣ ਕੇ ਮਨਜੀਤ ਨੂੰ ਹੋਰ ਵੀ ਹੈਰਾਨੀ ਹੁੰਦੀ ਹੈ। ਰਣਜੀਤ ਕਹਿੰਦਾ ਹੈ ਕਿ ਸਾਡੇ ਘਰ 2 ਅਖਬਾਰਾਂ ਹੁੰਦੀਆਂ ਹਨ, ਇੱਕ ਅੰਗਰੇਜ਼ੀ ਅਖਬਾਰ ਅਤੇ ਦੂਜੀ ਪੰਜਾਬੀ ਅਖਬਾਰ। ਮਨਜੀਤ ਉਸ ਨੂੰ ਕਹਿੰਦਾ ਹੈ ਕਿ ਤੇਰੇ ਪਿਤਾ ਜੀ ਤੈਨੂੰ ਅਖਬਾਰ ਪੜ੍ਹਨ ਤੋਂ ਰੋਕਦੇ ਨਹੀਂ। ਤਾਂ ਰਣਜੀਤ ਕਹਿੰਦਾ ਹੈ ਕਿ ਇਸ ਵਿੱਚ ਰੋਕਣ ਵਾਲੀ ਕਿਹੜੀ ਗੱਲ ਹੈ, ਮੈਂ ਤਾਂ 5ਵੀਂ ਜਮਾਤ ਤੋਂ ਹੀ ਅਖਬਾਰ ਪੜ੍ਹਦਾ ਆ ਰਿਹਾ ਹਾਂ। ਉਦੋਂ ਮੈਂ ਸਿਰਫ ਜੋ ਅਖਬਾਰ ਦੇ ਵਿੱਚ ਬਾਲ ਪੰਨਾ ਹੁੰਦਾ ਸੀ, ਬੱਚਿਆਂ ਦੇ ਬਾਰੇ ਜੋ ਛਪਦਾ ਸੀ, ਮੈਂ ਉਹ ਪੜ੍ਹਦਾ ਸੀ, ਪਰ ਹੁਣ ਮੈਂ ਪੂਰੀ ਅਖਬਾਰ ਪੜ੍ਹ ਲੈਂਦਾ ਹਾਂ। ਮਨਜੀਤ ਕਹਿੰਦਾ ਹੈ ਕਿ ਅਖਬਾਰ ਤਾਂ ਸਾਡੇ ਘਰ ਵੀ ਆਉਂਦੀ ਹੈ ਅਤੇ ਮੈਂ ਤਾਂ ਸਿਰਫ ਤਸਵੀਰਾਂ ਹੀ ਦੇਖਦਾ ਹਾਂ। ਤਾਂ ਉੱਥੇ ਰਣਜੀਤ ਉਸ ਨੂੰ ਸਮਝਾਉਂਦਾ ਹੈ ਕਿ ਇੱਥੇ ਹੀ ਤੁਹਾਡੀ ਘਾਟ ਹੈ, ਕਿਉਂਕਿ ਜੋ ਅਖਬਾਰ ਹੈ ਉਹ ਸਿਰਫ ਤਸਵੀਰਾਂ ਦੇ ਲਈ ਨਹੀਂ, ਉਹ ਸਾਡੇ ਲਈ ਦੁਨੀਆ ਭਰ ਦੀਆਂ ਖਬਰਾਂ ਲੈ ਕੇ ਆਉਂਦਾ ਹੈ, ਤਾਜ਼ੀਆਂ ਖਬਰਾਂ, ਦੇਸ਼ ਵਿਦੇਸ਼ ਦੀਆਂ ਖਬਰਾਂ। ਅਤੇ ਐਤਵਾਰ ਵਾਲੇ ਦਿਨ ਮੈਗਜ਼ੀਨ ਦੇ ਆਖਰੀ ਪੰਨਾ ਤਕਰੀਬਨ ਹਰ ਅਖਬਾਰ ਨੇ ਬੱਚਿਆਂ ਦੇ ਲਈ ਰਾਖਵਾਂ ਰੱਖਿਆ ਹੋਇਆ ਹੁੰਦਾ ਹੈ। ਉਂਝ ਵੀ ਅਖਬਾਰਾਂ ਸਾਡੇ ਗਿਆਨ ਨੂੰ ਵਧਾਉਣ ਵਿੱਚ ਬਹੁਤ ਮਹੱਤਵਪੂਰਨ ਰੋਲ ਅਦਾ ਕਰਦੀਆਂ ਹਨ। ਮਨਜੀਤ ਰਣਜੀਤ ਨੂੰ ਕਹਿੰਦਾ ਹੈ ਕਿ ਤੂੰ ਇੰਨਾ ਸਮਾਂ ਕੱਢ ਕਿਵੇਂ ਲੈਂਦਾ ਹੈ। ਤਾਂ ਰਣਜੀਤ ਕਹਿੰਦਾ ਹੈ ਕਿ ਤੂੰ ਸਾਰਾ ਦਿਨ TV ਨਾਲ ਚਿੰਬੜਿਆ ਰਹਿੰਦਾ ਹਾਂ। TV ਦੇ ਉੱਪਰ ਜਿਹੜੀਆਂ ਫੀਚਰ ਫਿਲਮਾਂ ਆਉਂਦੀਆਂ ਹਨ ਜਾਂ ਚਿੱਤਰਹਾਰ ਆਉਂਦੇ ਹਨ
ਤਾਂ ਉਸ ਦੇ ਨਾਲ ਸਾਡੇ ਗਿਆਨ ਦੇ ਵਿੱਚ ਕੋਈ ਵਾਧਾ ਨਹੀਂ ਹੁੰਦਾ। ਜੋ ਟੀਵੀ ਵਾਲੇ ਹਨ ਉਹ ਬੱਚਿਆਂ ਦੇ ਬਾਰੇ ਨਹੀਂ ਸੋਚਦੇ। ਸਾਨੂੰ ਸਿਰਫ ਸਿੱਖਿਆਦਾਇਕ ਅਤੇ ਮਨੋਰੰਜਨ ਕਰਨ ਵਾਲੇ ਪ੍ਰੋਗਰਾਮ ਹੀ ਦੇਖਣੇ ਚਾਹੀਦੇ ਹਨ। ਐਵੇਂ ਭੂਤਾਂ ਪ੍ਰੇਤਾਂ ਦੇ ਚੱਕਰਾਂ ਦੇ ਵਿੱਚ ਨਹੀਂ ਪੈਣਾ ਚਾਹੀਦਾ। ਰਣਜੀਤ ਉਸਨੂੰ ਸਿਆਣਿਆਂ ਦੇ ਵਾਂਗ ਬੜੇ ਹੀ ਧਿਆਨ ਦੇ ਨਾਲ ਸਮਝਾ ਰਿਹਾ ਸੀ। ਅਖਬਾਰ ਵਿੱਚ ਕਹਿੰਦਾ ਬੱਚਿਆਂ ਦੇ ਲਈ ਬਾਲ ਕਹਾਣੀਆਂ, ਬਾਲ ਗੀਤ, ਚੁਟਕਲੇ, ਕਾਰਟੂਨ ਆਦਿ ਕਈ ਤਰ੍ਹਾਂ ਦੇ ਗਿਆਨ ਵਧਾਉਣ ਵਾਲੀਆਂ ਬੱਚਿਆਂ ਲਈ ਕਹਾਣੀਆਂ ਛਪੀਆਂ ਹੁੰਦੀਆਂ ਹਨ। ਜੋ ਕੁਝ ਮਾਸਟਰ ਜੀ ਨੇ ਅੱਜ ਮਾਧ ਵਿੱਚ ਪੁੱਛਿਆ ਸੀ, ਇਸ ਦਾ ਜਵਾਬ ਤਾਂ ਉਹ ਕਹਿੰਦਾ ਹੈ ਕਿ ਮੇਰੀ ਛੋਟੀ ਭੈਣ ਵੀ ਦੇ ਸਕਦੀ ਹੈ, ਜੋ ਕਿ 5ਵੀਂ ਵਿੱਚ ਪੜ੍ਹਦੀ ਹੈ। ਉਸਦਾ ਨਾਂ ਦੀਪੀ ਹੈ। ਤਾਂ ਇਹ ਸੁਣ ਕੇ ਮਨਜੀਤ ਹੱਸ ਪੈਂਦਾ ਹੈ, ਤਾਂ ਉਸਨੂੰ ਹੋਰ ਵੀ ਹੈਰਾਨੀ ਹੁੰਦੀ ਹੈ। ਰਣਜੀਤ ਕਹਿੰਦਾ ਹੈ ਉਹ ਵੀ ਮੇਰੇ ਨਾਲ ਹਰ ਰੋਜ਼ ਅਖਬਾਰ ਪੜ੍ਹਦੀ ਹੈ। ਐਤਵਾਰ ਵਾਲੇ ਦਿਨ ਤਾਂ ਕਹਿੰਦਾ ਸਾਡੇ ਘਰ ਲੜਾਈ ਹੀ ਹੋ ਜਾਂਦੀ ਹੈ ਕਿ ਅਖਬਾਰ ਪਹਿਲਾਂ ਕੌਣ ਪੜ੍ਹੇਗਾ, ਕਿਉਂਕਿ ਹਰ ਕੋਈ ਅਖਬਾਰ ਨੂੰ ਪਹਿਲਾਂ ਪੜ੍ਹਨਾ ਚਾਹੁੰਦਾ ਹੈ। ਤਾਂ ਮਨਜੀਤ ਕਹਿੰਦਾ ਹੈ ਅਖਬਾਰ ਤਾਂ ਸਾਡੇ ਘਰ ਵੀ ਆਉਂਦੀ ਹੈ, ਪਰ ਇਸ ਨੂੰ ਕੋਈ ਵੀ ਧਿਆਨ ਨਾਲ ਨਹੀਂ ਪੜ੍ਹਦਾ, ਸਿਰਫ ਮੇਰੇ ਪਿਤਾ ਜੀ ਹੀ ਪੜ੍ਹਦੇ ਹਨ। ਹੋਰ ਸੁਣ, ਅਖਬਾਰ ਪੜ੍ਹਨ ਦੇ ਨਾਲ ਮੇਰੇ ਗਿਆਨ ਦੇ ਵਿੱਚ ਵਾਧਾ ਹੋਇਆ ਹੀ ਹੈ। ਇਸ ਤੋਂ ਬਿਨਾਂ ਕਈ ਵਾਰ ਮੇਰਾ ਨਾਂ ਵੀ ਕਹਿੰਦਾ ਅਖਬਾਰ ਵਿੱਚ ਛਪਦਾ ਹੈ। ਰਣਜੀਤ ਨੇ ਕਿਹਾ। ਤਾਂ ਉਸਨੇ ਕਿਹਾ ਵੀ ਤੇਰਾ ਨਾਂ ਕਿਸ ਤਰ੍ਹਾਂ ਛਪਦਾ ਹੈ? ਕਿਉਂਕਿ ਜਦੋਂ ਮੈਨੂੰ ਕੋਈ ਕਹਾਣੀ ਚੰਗੀ ਲੱਗਦੀ ਹੈ ਤਾਂ ਮੈਂ ਉਸ ਦੇ ਬਾਰੇ ਅਖਬਾਰ ਦੇ ਸੰਪਾਦਕ ਨੂੰ ਚਿੱਠੀ ਲਿਖਦਾ ਹਾਂ, ਤਾਂ ਉਹ ਮੇਰੇ ਪਤੇ ਦੇ ਸਮੇਤ ਉਸ ਅਖਬਾਰ ਵਿੱਚ ਛਾਪ ਦਿੰਦੇ ਹਨ ਉਹ ਚਿੱਠੀ ਨੂੰ। ਤਾਂ ਉਹ ਮਨਜੀਤ ਨੂੰ ਇੱਕ ਸਲਾਹ ਦਿੰਦਾ ਹੈ ਕਿ ਜੇਕਰ ਤੂੰ ਮੇਰੀ ਮੰਨੇ, ਜੋ ਸਮਾਂ ਤੂੰ ਟੀਵੀ ਦੇਖਣ ਉੱਤੇ ਖਰਾਬ ਕਰਦਾ ਹੈ ਉਸ ਨੂੰ ਤੈਨੂੰ ਅਖਬਾਰ ਪੜ੍ਹਨ 'ਤੇ ਲਾਉਣਾ ਚਾਹੀਦਾ ਹੈ ਤਾਂ ਕਿ ਗਿਆਨ ਵਧਾ ਸਕੇ। ਤਾਂ ਉਸਨੇ ਕਿਹਾ ਮੈਂ ਆਪਣੇ ਪਿਤਾ ਜੀ ਤੋਂ ਕਈ ਗਿਆਨ ਵਧਾਉਣ ਵਾਲੀਆਂ ਬਾਲ ਕਹਾਣੀਆਂ ਵਾਲੀਆਂ ਪੁਸਤਕਾਂ ਅਤੇ ਰਸਾਲੇ ਮੰਗਵਾਉਂਦਾ ਹਾਂ। ਅਤੇ ਮਨਜੀਤ ਕਹਿੰਦਾ ਹੈ ਕਿ ਜਿਸ ਦਿਨ ਤੇਰੀ ਗੱਲ ਬਿਲਕੁਲ ਸੱਚ ਹੈ ਕਿ ਜਿਸ ਦਿਨ ਮੈਂ ਟੀਵੀ ਦੇਖਦਾ ਹਾਂ ਜਾਂ ਫਿਲਮਾਂ ਦੇਖਦਾ ਹਾਂ ਤਾਂ ਮੇਰਾ ਹੋਮਵਰਕ ਰਹਿ ਜਾਂਦਾ ਹੈ, ਉਹ ਪੂਰਾ ਨਹੀਂ ਹੁੰਦਾ। ਤਾਂ ਰਣਜੀਤ ਆਪਣੇ ਦੋਸਤ ਨੂੰ ਕਹਿੰਦਾ ਹੈ ਤੂੰ ਅੱਜ ਤੋਂ ਇੱਕ ਗੱਲ ਲੜ ਬੰਨ੍ਹ ਲੈ, ਪੱਲੇ ਬੰਨ੍ਹ ਲੈ, ਵੀ ਯਾਦ ਰੱਖੀ ਹਮੇਸ਼ਾ ਵੀ ਜੇਕਰ ਜ਼ਿੰਦਗੀ ਵਿੱਚ ਸਫਲ ਹੋਣਾ ਤਾਂ ਆਪਣਾ ਗਿਆਨ ਵਧਾਓ, ਅਤੇ ਗਿਆਨ ਤੁਸੀਂ ਸਿੱਖਿਆਦਾਇਕ ਪ੍ਰੋਗਰਾਮ ਦੇਖ ਕੇ ਜਾਂ ਅਖਬਾਰ ਦੇ ਵਿੱਚ ਗਿਆਨ ਵਧਾਉਣ ਵਾਲੀਆਂ ਖਬਰਾਂ ਪੜ੍ਹ ਕੇ ਪ੍ਰਾਪਤ ਕਰ ਸਕਦੇ ਹੋ। ਜੇ ਜ਼ਿੰਦਗੀ ਵਿੱਚ ਕੁਝ ਬਣਨਾ ਹੈ ਤਾਂ ਚੰਗੀਆਂ ਪੁਸਤਕਾਂ ਪੜ੍ਹੋ, ਜਿਸ ਤੋਂ ਸਾਨੂੰ ਦੇਸ਼ ਵਿਦੇਸ਼ ਦੀਆਂ ਖਬਰਾਂ ਦੀ ਜਾਣਕਾਰੀ ਮਿਲਦੀ ਹੈ। ਅਖਬਾਰਾਂ ਨੂੰ ਪੜ੍ਹ ਕੇ ਅਸੀਂ ਘਰ ਬੈਠੇ ਹੀ ਦੇਸ਼ ਵਿਦੇਸ਼ ਦੀਆਂ ਖਬਰਾਂ ਪ੍ਰਾਪਤ ਕਰ ਸਕਦੇ ਹਾਂ। ਤਾਂ ਉਹ ਆਪਣੇ ਦੋਸਤ ਨਾਲ ਵਾਅਦਾ ਕਰਦਾ ਹੈ ਮਨਜੀਤ ਕਿ ਅੱਜ ਤੋਂ ਉਹ ਟੀਵੀ ਨਹੀਂ ਦੇਖੇਗਾ ਅਤੇ ਜ਼ਿਆਦਾ ਤੋਂ ਜ਼ਿਆਦਾ ਸਮਾਂ ਅਖਬਾਰ ਪੜ੍ਹਨ 'ਤੇ ਲਗਾਵੇਗਾ। ਤਾਂ ਉਸ ਤੋਂ ਉਹ ਪੁੱਛਦਾ ਹੈ ਕਿ ਹੁਣ ਤਾਂ ਮੈਨੂੰ ਦੱਸ ਦੇ ਕਿ ਪੰਜਾਬ ਦੇ ਸਿੱਖਿਆ ਮੰਤਰੀ ਕੌਣ ਹਨ। ਤਾਂ ਰਣਜੀਤ ਕਹਿੰਦਾ ਹੈ ਤਾਂ ਤੂੰ ਇਹ ਅਖਬਾਰ ਵਿੱਚ ਹੀ ਪੜ੍ਹੀ ਤਾਂ ਤੈਨੂੰ ਉੱਥੋਂ ਪਤਾ ਲੱਗ ਜਾਵੇਗਾ ਪੰਜਾਬ ਦੇ ਸਿੱਖਿਆ ਮੰਤਰੀ ਕੌਣ ਹਨ। ਅਤੇ ਨਾਲ ਨਾਲ ਸਿੱਖਿਆ ਮੰਤਰੀ ਜੀ ਦਾ ਬਿਆਨ ਵੀ ਛਪਿਆ ਹੋਵੇਗਾ ਕਿ ਜਿਸ ਤਰ੍ਹਾਂ ਅਧਿਆਪਕਾਂ ਦੀ ਸਕੂਲਾਂ ਵਿੱਚ ਘਾਟ ਹੈ ਵੀ ਉਹ ਵੀ ਨਵੀਂ ਭਰਤੀ ਦੇ ਨਾਲ ਪੂਰੀ ਹੋ ਜਾਵੇਗੀ। ਅਤੇ ਇਸ ਤਰ੍ਹਾਂ ਸਾਨੂੰ ਹੋਰ ਵੀ ਬਹੁਤ ਸਾਰੀਆਂ ਗਿਆਨ ਵਧਾਊ ਗੱਲਾਂ ਜੋ ਅਖਬਾਰ ਵਿੱਚ ਪੜ੍ਹ ਕੇ ਹੀ ਪਤਾ ਚੱਲਦੀਆਂ ਹਨ। ਰਣਜੀਤ ਦੀ ਮਨਜੀਤ ਬਹੁਤ ਪ੍ਰਸ਼ੰਸਾ ਕਰਦਾ ਹੈ ਕਿ ਤੂੰ ਤਾਂ ਸੱਚਮੁੱਚ ਹੀ ਬਹੁਤ ਹੁਸ਼ਿਆਰ ਹੈ, ਅਤੇ ਜੋ ਤੇਰਾ ਗਿਆਨ ਇੰਨਾ ਚੰਗਾ ਹੈ, ਤੈਨੂੰ ਹਰ ਇੱਕ ਚੀਜ਼ ਬਾਰੇ ਜਿਸ ਗਿਆਨ ਹੈ, ਤਾਂ ਇਹ ਸਾਰਾ ਅਖਬਾਰ ਦਾ ਹੀ ਕਮਾਲ ਹੈ। ਅਤੇ ਉਸ ਤੋਂ ਬਾਅਦ ਦੋਵੇਂ ਦੋਸਤ ਹੱਸ ਪੈਂਦੇ ਹਨ। ਤਾਂ ਸਾਨੂੰ ਇਸ ਪਾਠ ਤੋਂ ਇਹ ਸਿੱਖਿਆ ਮਿਲਦੀ ਹੈ ਕਿ ਸਾਨੂੰ ਆਪਣਾ ਗਿਆਨ ਵਧਾਉਣ ਦੇ ਲਈ ਹਮੇਸ਼ਾ ਅਖਬਾਰਾਂ 'ਤੇ ਗਿਆਨ ਵਧਾਉਣ ਵਾਲੀਆਂ ਪੁਸਤਕਾਂ ਪੜ੍ਹਨੀਆਂ ਚਾਹੀਦੀਆਂ ਹਨ। ਟੀਵੀ ਦੇਖ ਕੇ ਆਪਣਾ ਸਮਾਂ ਨਹੀਂ ਖਰਾਬ ਕਰਨਾ ਚਾਹੀਦਾ। ਟੀਵੀ ਵੀ ਇੱਕ ਮਨੋਰੰਜਨ ਦਾ ਚੰਗਾ ਸਾਧਨ ਹੈ, ਸਿਰਫ ਅਤੇ ਸਾਨੂੰ ਸਿਰਫ ਟੀਵੀ 'ਤੇ ਗਿਆਨ ਵਧਾਉਣ ਵਾਲੇ ਪ੍ਰੋਗਰਾਮ ਹੀ ਦੇਖਣੇ ਚਾਹੀਦੇ ਹਨ। ਅਜਿਹੇ ਪ੍ਰੋਗਰਾਮ ਨਹੀਂ ਦੇਖਣੇ ਚਾਹੀਦੇ ਜੋ ਵਿਦਿਆਰਥੀ ਜੀਵਨ ਦੇ ਉੱਪਰ ਬੁਰਾ ਅਸਰ ਪਾਉਂਦੇ ਹਨ। ਸਾਨੂੰ ਜ਼ਿਆਦਾ ਤੋਂ ਜ਼ਿਆਦਾ ਗਿਆਨ ਵਧਾਉਣ ਵਾਲੀਆਂ ਪੁਸਤਕਾਂ ਪੜ੍ਹਨੀਆਂ ਚਾਹੀਦੀਆਂ ਹਨ, ਅਤੇ ਘਰ ਅਖਬਾਰ ਲਗਵਾਉਣਾ ਚਾਹੀਦਾ ਹੈ ਅਤੇ ਅਖਬਾਰ ਨੂੰ ਹਰ ਰੋਜ਼ ਪੜ੍ਹਨਾ ਚਾਹੀਦਾ ਹੈ ਤਾਂ ਕਿ ਸਾਨੂੰ ਦੇਸ਼ ਵਿਦੇਸ਼ ਦੀ ਜਾਣਕਾਰੀ ਪ੍ਰਾਪਤ ਹੋ ਸਕੇ। ਧੰਨਵਾਦ।